ਜਾਲੀ ਕਰੰਸੀ ਤਿਆਰ ਕਰਨ ਵਾਲੀ ਜਿਹੜੀ ਅੰਤਰਰਾਜੀ ਗਿਰੋਹ ਹੁੰਦੀ ਹੈ ਉਹਦੇ ਅਸੀਂ 4 ਮੈਂਬਰ ਗ੍ਰਿਫਤਾਰ ਕੀਤੇ ਤੇ ਸਾਨੂੰ ਇਹਦੇ ਚ 15,05,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਔਰ ਇਹ ਜਿਹੜੇ ਕਰੰਸੀ ਨੋਟ ਸੀਗੇ ਇਹਨਾਂ 'ਚ ਸੀਰੀਅਲ ਨੰਬਰ ਆਪਸ 'ਚ ਸਿਮਿਲਰ ਸੀਗੇ, ਜਿਸ ਤੋਂ ਪਤਾ ਲੱਗਦਾ ਸੀ ਕਿ ਜਾਲੀ ਕਰੰਸੀ ਹੈ, FICN ਫੇਕ ਇੰਡੀਅਨ ਕਰੰਸੀ ਨੋਟ। ਜੇਕਰ ਤੁਸੀਂ ਕਿਸੇ ਨੂੰ ਰੁਪਏ ਦੇ ਰਹੇ ਹੋ ਜਾਂ ਕਿਸੇ ਕੋਲੋਂ ਨੋਟ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਨੋਟ ਜਾਲੀ ਵੀ ਹੋ ਸਕਦੇ ਨੇ। ਅੱਜਕੱਲ੍ਹ ਜਾਲੀ ਕਰੰਸੀ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਇਹਨਾਂ ਜਾਲੀ ਨੋਟਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੈ। ਖੰਨਾ ਪੁਲਿਸ ਨੇ ਅੱਜ 15,05,000 ਰੁਪਏ ਦੀ ਜਾਲੀ ਕਰੰਸੀ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ 5,84,000 ਰੁਪਏ ਦੀ ਕਟਿੰਗ ਕਰੰਸੀ ਵੀ ਬਰਾਮਦ ਹੋਈ ਹੈ। ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ, ਜੋ ਸਾਡੀ DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਹਰ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਦੇ ਅਗੇਂਸਟ। ਉਹਦੇ 'ਚ ਸਾਨੂੰ ਪਿਛਲੇ ਦਿਨਾਂ 'ਚ ਵੱਡੀ ਸਫਲਤਾ ਮਿਲੀ ਜਦੋਂ ਖੰਨਾ ਪੁਲਿਸ ਨੂੰ ਜਾਲੀ ਕਰੰਸੀ ਤਿਆਰ ਕਰਨ ਵਾਲੀ ਜਿਹੜੀ ਅੰਤਰਰਾਜੀ ਗਿਰੋਹ ਹੁੰਦੀ ਹੈ ਉਹਦੇ ਅਸੀਂ 4 ਮੈਂਬਰ ਗ੍ਰਿਫਤਾਰ ਕੀਤੇ ਤੇ ਸਾਨੂੰ ਇਹਦੇ 'ਚ 15,05,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ, ਇਹ ਸਾਰੀ ਡਰਾਈਵ ਦੀ ਸੁਪਰਵਿਜ਼ਨ SPD ਮੈਡਮ ਪ੍ਰਗਿਆ ਜੈਨ ਨੇ ਕੀਤੀ। ਉਹਨਾਂ ਦੇ ਅੰਡਰ ਇੰਚਾਰਜ CIA ਇੰਸਪੈਕਟਰ ਅਮਨਦੀਪ ਸਿੰਘ, SHO ਸਦਰ ਹਰਦੀਪ ਔਰ ਇਹਨਾਂ ਦੋਨਾਂ ਦੀ ਜਿਹੜੀ ਟੀਮਸ ਹੈ ਉਹ ਇਨਵੋਲਵ ਸੀਗੀਆਂ। 13 ਅਪ੍ਰੈਲ ਨੂੰ SHO ਥਾਣਾ ਸਦਰ ਇਹਨਾਂ ਦੀ ਪਾਰਟੀ ਨੇ 2 ਸ਼ੱਕੀ ਵਿਅਕਤੀ ਵਿਲੇਜ ਅਲੌੜ ਦੇ ਏਰੀਆ 'ਚ ਇੰਟਰਸੈਪਟ ਕੀਤੇ ਸੀਗੇ। ਉਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਉਹਨਾਂ ਦੀ ਤਲਾਸ਼ੀ ਲਿੱਤੀ ਗਈ, ਇੱਕ ਦਾ ਨਾਂ ਸੀਗਾ ਕਮਲਜੀਤ ਸਿੰਘ ਜਿਹੜਾ ਪਿੰਡ ਰਾਣਵਾ ਤਹਿਸੀਲ ਸਮਰਾਲੇ ਦਾ ਰਹਿਣ ਵਾਲਾ ਹੈ ਔਰ ਦੂਜਾ ਹਨੀ ਭਾਰਦਵਾਜ ਜਿਹੜਾ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਹੈ। ਜਿਹੜਾ ਕਮਲਜੀਤ ਸਿੰਘ ਹੈ ਉਹਦੀ ਤਲਾਸ਼ੀ 'ਚ ਸਾਨੂੰ 500 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਔਰ ਦੂਜੇ ਤੋਂ 200 ਰੁਪਏ ਦੇ। ਔਰ ਇਹ ਜਿਹੜੇ ਕਰੰਸੀ ਨੋਟ ਸੀਗੇ ਇਹਨਾਂ 'ਚ ਸੀਰੀਅਲ ਨੰਬਰ ਆਪਸ 'ਚ ਸਿਮਿਲਰ ਸੀਗੇ, ਜਿਸ ਤੋਂ ਪਤਾ ਲੱਗਦਾ ਸੀ ਕਿ ਜਾਲੀ ਕਰੰਸੀ ਹੈ, FICN ਫੇਕ ਇੰਡੀਅਨ ਕਰੰਸੀ ਨੋਟ। ਤੇ ਉਸ ਬਿਹਾਫ ਤੇ ਟੋਟਲ ਸਾਨੂੰ 67,500 ਰੁਪਏ ਜਾਲੀ ਕਰੰਸੀ ਦੀ ਬਰਾਮਦਗੀ ਹੋਈ ਸੀ ਇਹਨਾਂ ਦੋਨਾਂ ਤੋਂ, ਜਿਸ ਬਿਹਾਫ ਤੇ ਮੁਕੱਦਮਾ ਨੰਬਰ 60 13 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ ਥਾਣਾ ਸਦਰ ਅੰਡਰ ਸੈਕਸ਼ਨ 489 A B C D E IPC ਜਿਹੜੀ ਕਾਊਂਟਰਫੇਟ ਕਰੰਸੀ ਹੁੰਦੀ ਹੈ ਉਹਦੇ ਤੇ ਇਹ ਸੈਕਸ਼ਨਸ ਲਾਗ ਹੁੰਦੇ। ਸੋ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਨੋਂ ਦੋਸ਼ੀ ਹੈਗੇ ਇਹ ਜਾਲੀ ਕਰੰਸੀ ਨੋਟ ਬੇਸਿਕਲੀ ਇੱਕ ਮਨੋਜ ਕੁਮਾਰ ਉਰਫ ਵਿਜੇ ਹੈ ਜਿਹੜਾ ਵਾਸੀ ਰਾਜਸਥਾਨ ਹੈ ਉਹਦੇ ਤੋਂ ਪਿੱਛੋਂ ਲੈ ਕੇ ਆਉਂਦੇ ਸੀਗੇ। ਸੋ ਇਸ ਬੇਸ ਤੇ ਮਨੋਜ ਨੂੰ ਅਸੀਂ ਆਪਣੀ ਤਫਤੀਸ਼ 'ਚ ਨੋਮੀਨੇਟ ਕੀਤਾ ਔਰ ਐਸ ਪਰ ਜਿਹੜੇ ਲੀਗਲ ਪ੍ਰੋਸੀਜਰ ਵਰਤਦੇ ਹੋਏ ਅਸੀਂ ਉਹਦੇ ਅਰੈਸਟ ਵਾਰੰਟ ਲਏ ਤੇ ਫਿਰ ਅਸੀਂ ਉਹਨੂੰ ਅਜਮੇਰ ਤੋਂ ਅਰੈਸਟ ਕੀਤਾ 16 ਅਪ੍ਰੈਲ ਨੂੰ। ਔਰ ਉਸ ਦੇ ਨਾਲ ਸਾਨੂੰ ਉਸਦਾ ਸਾਥੀ ਜਿਹਦਾ ਨਾਮ ਮਦਨ ਲਾਲ ਹੈ, ਇਹ 2 ਲੋਕਾਂ ਨੂੰ ਉੱਥੋਂ ਮੁਲਜ਼ਮਾਂ ਨੂੰ ਅਸੀਂ ਫੜ ਕੇ ਲੈ ਕੇ ਆਏ ਰਾਜਸਥਾਨ ਤੋਂ ਤੇ ਇਹਨਾਂ ਤੋਂ ਸਾਨੂੰ 14,20,000 ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਤੇ ਇਸ ਦੇ ਨਾਲ ਸਾਨੂੰ ਇਹਨਾਂ ਤੋਂ ਇੱਕ ਤਾਂ ਲੈਪਟਾਪ ਮਿਲਿਆ ਜਿਹਦੇ 'ਚ ਇਹ ਕਰੰਸੀ ਪ੍ਰਿਪੇਅਰ ਕਰਦੇ ਸੀਗੇ, ਪ੍ਰਿੰਟਰ ਜਿਹਦੇ ਤੋਂ ਪ੍ਰਿੰਟ ਕਰਦੇ ਸੀ ਔਰ ਖਾਲੀ ਕਾਗਜ਼ ਵੀ ਮਿਲੇ ਜਿਹੜੀ ਸਾਰੀ ਮਤਲਬ ਪੈਰਾਫਰਨੇਲੀਆ ਹੁੰਦਾ ਜਿਸ ਦੇ ਨਾਲ ਇਹ ਫੇਕ ਕਰੰਸੀ ਤਿਆਰ ਕਰਦੇ, ਸਾਰਾ ਮਟੀਰੀਅਲ ਸਾਨੂੰ ਉੱਥੋਂ ਅਜਮੇਰ ਤੋਂ ਇਹਨਾਂ ਤੋਂ ਮਿਲਿਆ। ਸੋ ਕੁੱਲ ਮਿਲਾ ਕੇ ਇਹਨਾਂ ਦੋਸ਼ੀਆਂ ਤੋਂ ਸਾਨੂੰ ਹੁਣ ਤੱਕ 15,05,000 ਦੀ ਜਾਲੀ ਕਰੰਸੀ ਬਰਾਮਦ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਕਰੰਸੀ ਹਲੇ ਇਹਨਾਂ ਨੇ ਕਟਿੰਗ ਨਹੀਂ ਕੀਤੀ ਸੀਗੀ ਉਹਦੀ ਵੀ ਵਰਥ ਅਰਾਊਂਡ 5,84,000 ਰੁਪਏ ਦੀ ਬਰਾਮਦ ਹੋ ਚੁੱਕੀ ਹੈ। ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖ ਰਹੇ ਕਿ ਹੋਰ ਵੀ ਜੇ ਕੋਈ ਬੈਕਵਰਡ ਲਿੰਕ ਨਿਕਲਦਾ ਹੈ, ਕੁਝ ਹੋਰ ਵੱਡੀਆਂ ਗੱਲਾਂ ਇਹਨਾਂ ਤੋਂ ਸਾਹਮਣੇ ਆਉਂਦੀਆਂ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਾਰਚ 'ਚ ਵੀ ਅਸੀਂ ਇੱਕ FICN ਦਾ ਜਿਹੜਾ ਜਾਲੀ ਕਰੰਸੀ ਦਾ ਪਰਚਾ ਹੁੰਦਾ ਉਹ ਦਰਜ ਕੀਤਾ ਸੀ ਸਿਟੀ 2 ਥਾਣੇ 'ਚ, ਜਿਹਦੇ ਤੋਂ ਸਾਨੂੰ 1,19,500 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਸੀਗੀ। ਔਰ ਇਹਦਾ ਕਹਿਣ ਦਾ ਮੇਰਾ ਪਰਪਸ ਇਹ ਹੈ ਕਿ ਅਸੀਂ ਤੁਹਾਡੇ ਮਾਧਿਅਮ ਦਾ ਹੀ ਅਪੀਲ ਕਰਨਾ ਚਾਹੁੰਦੇ ਹਾਂ ਪਬਲਿਕ ਨੂੰ, ਕਿਉਂਕਿ ਇਹ ਸੈਕਿੰਡ ਇਨਸੀਡੈਂਟ ਹੋ ਗਿਆ ਜਦੋਂ ਸਾਨੂੰ ਖੰਨਾ 'ਚ ਔਰ ਬੈਕਵਰਡ ਲਿੰਕੇਜ 'ਚ ਪਿੱਛੋਂ ਜਾ ਕੇ ਇੰਨੀ ਵੱਡੀ ਮਾਤਰਾ 'ਚ ਫੇਕ ਕਰੰਸੀ ਬਰਾਮਦ ਹੋਈ ਹੈ ਕਿ ਪਬਲਿਕ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਕਿ ਜਦੋਂ ਵੀ ਤੁਹਾਨੂੰ ਕੋਈ ਜਾਲੀ ਨੋਟ ਲੱਗਦਾ ਹੈ, ਸ਼ੱਕ ਹੁੰਦਾ ਹੈ ਕਿ ਕੋਈ ਜਾਲੀ ਕਰੰਸੀ ਹੈ ਤਾਂ ਇਮੀਡੀਏਟਲੀ ਜਾਂ ਪੁਲਿਸ ਨੂੰ ਇਨਫੋਰਮ ਕਰੋ ਜਾਂ ਬੈਂਕਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ। ਮੈਡਮ ਕਾਗਜ਼ ਜਿਹੜੇ ਬਰਾਮਦ ਹੋਏ ਸੀ ਕਿ ਆਮ ਕਾਗਜ਼ ਹੈ ਜਾਂ ਪੂਰੇ ਡਿਫਰੈਂਟ ਹੈ? ਆਮ ਕਾਗਜ਼ ਲੇਮੈਨ ਜਿਹੜਾ ਆਮ ਇਨਸਾਨ ਹੈ ਜਿਹੜਾ ਐਕਸਪਰਟ ਨਹੀਂ ਹੈ ਉਹ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਇਹਦੇ 'ਚ ਦੇਖ ਸਕਦਾ, ਬਟ ਡੈਫੀਨਿਟਲੀ ਜਿਹੜਾ ਇਸੇ ਲਾਈਨ 'ਤੇ ਦੇ ਕੇ ਨੋ ਦ ਡਿਫਰੈਂਸ ਜੋ ਐਕਸਪਰਟ ਹੋਏਗਾ। ਬਟ ਪਹਿਲੀ ਨਜ਼ਰੇ ਤੁਸੀਂ ਆਪ ਹੀ ਦੇਖ ਹੀ ਸਕਦੇ ਹੋ, ਇਟ ਲੁਕਸ ਲਾਈਕ ਗੁੱਡ ਕਰੰਸੀ। ਹੁਣ ਜਿਹੜੇ ਲੋਕਲ ਅਕਿਊਜ਼ ਸੀ ਉਹਨਾਂ ਨੇ ਕਿਸ ਤਰ੍ਹਾਂ ਸੰਪਰਕ ਕੀਤਾ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਇਹ? ਸੀ
ਜੋ ਹੁਣ ਤੱਕ ਦੀ ਸਾਡੀ ਪ੍ਰੀਲਿਮਿਨਰੀ ਤਫਤੀਸ਼ ਚ ਆਇਆ ਹੈ, ਇਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ, ਇੱਕ ਦੂਜੇ ਦੇ ਕੰਟੈਕਟ ਚ ਆਇਆ, ਜਿੱਦਾਂ YouTube ਤੇ ਕਿਸੇ ਸਾਈਟ ਤੋਂ ਚੈੱਕ ਕਰ ਰਹੇ ਹੋ, ਥੱਲੇ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਹੈ ਉਹਦੇ ਚ ਕਈ ਵਾਰ ਲੋਕਾਂ ਨੇ ਲਿਖਿਆ ਹੁੰਦਾ ਫਲਾਨੀ ਚੀਜ਼ ਲਈ ਮੈਨੂੰ ਕੰਟੈਕਟ ਕਰੋ, ਇਸ ਤਰ੍ਹਾਂ ਇਹਨਾਂ ਦਾ ਰਾਬਤਾ ਆਪਸ ਚ ਬਣਿਆ ਸੀ। ਇਹ ਰਾਜਸਥਾਨ ਦੇ ਵਿੱਚ ਮੈਡਮ ਨੰਬਰਿੰਗ ਹੈ ਉਹ ਡਿਫਰੈਂਟ ਹੈ ਕਿ ਸੇਮ ਹੈ? ਸੀ ਜਿਹੜੀ ਕਰੰਸੀ ਹੈ, ਜਿਵੇਂ 500 ਦੇ ਨੋਟ ਹੈ, 200 ਦੇ, ਕੁਝ ਜਿਹੜੇ ਸਾਡੀ ਸੀਰੀਅਲ ਨੰਬਰ ਹੁੰਦੀ ਹੈ, ਕੁਝ ਦੀ ਇੱਕ ਨੋਟ 'ਚ ਵੀ ਹੈ ਤੇ ਇੱਕ ਹੋਰ ਨੋਟ 'ਚ ਵੀ ਹੈ, ਇੱਕ ਨੋਟ ਦਾ ਦੂਜੇ 'ਚ ਨਹੀਂ ਹੋ ਸਕਦਾ, ਸੋ ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਜਾਲੀ ਕਰੰਸੀ ਹੈ, ਔਰ ਇਸੇ ਤਰ੍ਹਾਂ ਬਾਕੀਆਂ 'ਚ ਵੀ ਹੈ। ਮੈਨੂੰ ਪ੍ਰੋਫੈਸ਼ਨਲ ਦੇ ਬੰਦੇ ਮਤਲਬ ਪੁਰਾਣੇ ਖਿਡਾਰੀ ਨੇ ਜਾਂ ਨਵੇਂ ਹੈ ਜੀ ਇਹ? ਸੀ ਜਿਹੜਾ ਇਹਦੇ 'ਚ ਮੈਂ ਥੋੜੀ ਹੋਰ ਡਿਟੇਲ ਦੱਸ ਦਿੰਦੀ ਹਾਂ। ਜਿਹੜੇ ਦੋਸ਼ੀ ਹੈਗੇ ਰਾਜਸਥਾਨ ਵਾਲੇ ਮਨੋਜ ਕੁਮਾਰ, ਇਹਦੇ ਤੇ ਪਹਿਲਾਂ ਵੀ 5 ਮੁਕੱਦਮੇ ਦਰਜ ਹੈ, ਜਿਨ੍ਹਾਂ 'ਚੋਂ ਇੱਕ ਮੁਕੱਦਮਾ ਇਹਦੇ ਤੇ ਜਾਲੀ ਕਰੰਸੀ ਦਾ ਹੀ ਸੀਗਾ, ਸੋ ਇਹਦਾ ਇਸ ਲਾਈਨ 'ਚ ਐਕਸਪੀਰੀਅੰਸ ਹੈਗਾ। ਹਾਂਜੀ, ਜਿਹੜਾ ਮੇਨ ਇਹਦੇ 'ਚ ਹੁਣ ਤੱਕ ਸਾਨੂੰ ਪਤਾ ਲੱਗਿਆ ਮਨੋਜ ਕੁਮਾਰ ਹੈ, ਇਹਦਾ ਹੀ ਸਾਰਾ ਪਲਾਨ ਸੀਗਾ, ਕਿੱਥੋਂ ਸਿੱਖਦਾ ਸੀ, ਤੇ ਡਿਊਰਿੰਗ ਤਫਤੀਸ਼ ਸਾਨੂੰ ਉਮੀਦ ਹੈ ਕਿ ਇਹਦੇ 'ਚ ਕੁਝ ਹੋਰ ਵੀ ਪਲੇਅਰ ਸਾਹਮਣੇ ਆ ਸਕਦੇ। ਮਾਰਕੀਟ ਦੇ ਵਿੱਚ ਮੈਡਮ ਕਿੰਨੀ ਕਰੰਸੀ ਹੈ ਨਿਕਲ ਚੁੱਕੀ ਹੈ? ਇਹ ਤਾਂ ਜੀ ਹਲੇ ਟੂ अर्ਲੀ ਟੂ ਅਸੈਸ ਹੈ, ਅਭੀ ਇਹਨਾਂ ਨੇ ਕੁਝ ਦੱਸਿਆ ਇਸ ਤਰ੍ਹਾਂ ਦੀ ਗੱਲ ਵੀ ਮਾਰਕੀਟ 'ਚ ਅਸੀਂ ਇੰਨੇ ਕੋਲ ਚਲਾ ਚੁੱਕੇ ਹਾਂ। ਨਹੀਂ ਜੀ, ਹਲੇ ਕਲੀਅਰ ਨਹੀਂ ਦੱਸਿਆ। ਮੇਰਾ ਤਾਂ ਨੈਟਵਰਕ ਕਿੱਥੇ ਤੱਕ ਸੀਗਾ, ਕੋਈ ਗੱਲਬਾਤ ਆਈ ਹੈ ਸਾਹਮਣੇ ਜੀ? ਫਿਲਹਾਲ ਤਾਂ ਜੀ ਇਹਨਾਂ ਦਾ ਨੈਟਵਰਕ ਪੰਜਾਬ ਔਰ ਰਾਜਸਥਾਨ ਦਾ ਤਾਂ ਸਾਹਮਣੇ ਆ ਹੀ ਗਿਆ, ਜੇ ਹੋਰ ਸਾਨੂੰ ਕੁਝ ਪਤਾ ਲੱਗਦਾ ਡਿਊਰਿੰਗ ਇਨਵੈਸਟੀਗੇਸ਼ਨ ਮੈਂ ਤੁਹਾਨੂੰ ਦੱਸਾਂਗਾ। ਕਿੰਨੀ ਕੇਸ ਹੈ ਹੋਰ ਕਿੰਨੇ ਪਰਸਨ ਨੇ ਜਿਹੜੇ ਇਹ 'ਚ ਲੜਿੰਦੇ ਨੇ ਜਾਂ ਫਿਰ? ਇੱਕ ਦੋ ਹੈ ਜੀ ਸਾਡੇ ਰਡਾਰ 'ਚ, ਨਾਟ ਇਨ ਪੰਜਾਬ ਬਟ ਆਊਟ ਆਫ ਸਟੇਟ ਤਾਂ ਅਸੀਂ ਦੇਖ ਰਹੇ ਹਾਂ। ਇਹ ਕਿੰਨੇ ਕੁ ਦੇਰ ਤੋਂ ਕੰਮ ਕਰਦੇ ਸੀ ਮੈਡਮ ਜੀ ਐਟਲੀਸਟ ਬਹੁਤ ਜ਼ਿਆਦਾ ਤਾਂ ਨਹੀਂ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ, ਬਟ 6-7 ਮਹੀਨੇ ਸਾਲ ਤੱਕ ਕਹਿ ਸਕਦੇ। ਮੈਡਮ ਜਿਹੜੇ ਬਈ ਸੀਗੇ ਸਟੂਡੈਂਟ ਸੀ ਜਾਂ ਮਤਲਬ ਕੀ ਕਰੋ ਇਹਨਾਂ ਦੀ ਏਜ ਤਾਂ ਮਿਡ 20s ਤੋਂ ਲੈ ਕੇ 30 ਤੱਕ ਹੀ ਹੈ, ਦੇ ਆਰ ਨਾਟ ਵੈਰੀ ਓਲਡ, ਸਾਰੇ ਯੰਗ ਹੀ ਲੜਕੇ। ਸਾਰੇ ਪੜ੍ਹੇ ਲਿਖੇ ਹੈ ਜਾਂ ਬਹੁਤ ਜ਼ਿਆਦਾ ਪੜ੍ਹੇ ਨਹੀਂ ਹੈ, ਕੋਈ 8ਵੀਂ ਪਾਸ ਹੈ, ਕੋਈ 12ਵੀਂ, ਕੋਈ BA ਪਾਸ ਹੈ। ਬੜੇ ਜਿਹੜੇ ਆਪਣੇ ਡਿਸਟ੍ਰਿਕਟ ਦੇ ਅਕਿਊਜ਼ ਨੇ ਉਹਨਾਂ ਦਾ ਕੋਈ ਫੀਡਬੈਕ ਜਾਂ ਬੈਕਗ੍ਰਾਉਂਡ ਆਇਆ ਜੀ ਇੱਕ? ਡਿਸਟ੍ਰਿਕਟ ਦੇ ਜੀ ਸਾਡੇ 2 ਅਕਿਊਜ਼ਡ ਹੈਗੇ, ਉਹਨਾਂ ਦਾ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਤਾਂ ਨਹੀਂ ਹੈ। ਇਹ ਮਨੋਜ ਹੀ ਹੈ ਜਿਹੜਾ ਅਜਮੇਰ ਦਾ, ਇਹਦਾ ਫੋਰਨ ਕਰੰਸੀ। ਮੇਨ ਉਹੀ ਹੈ। ਹਾਂਜੀ, ਇੱਕ ਕੁਐਸਚਨ ਹੋ ਰਿਹਾ ਜੀ, ਇਹ ਕੋਈ ਗੱਲਬਾਤ ਆਈ ਹੈ ਸਾਹਮਣੇ ਵੀ ਇਹਨਾਂ ਨੇ ਕਿੰਨਾ ਇਸ ਤੋਂ ਪਹਿਲਾਂ ਕੋਈ ਪੈਸਾ ਪੂਸਾ ਆਪਣਾ ਜਿਹੜਾ ਹੈਗਾ ਜਾਲੀ ਕਰੰਸੀ ਮਾਰਕੀਟ ਦੇ ਵਿੱਚ ਸਿੱਟਿਆ? ਨਹੀਂ ਜੀ, ਹਲੇ ਤੱਕ ਇਹਦਾ ਨਹੀਂ। ਇਹ ਫਿਰ ਸੇਲ ਕਿੱਦਾਂ ਕਰਦੇ, ਕੀ ਅਮਾਉਂਟ ਦੇ ਵਿੱਚ ਕਿੰਨੀ ਵੇਚ ਪਈ ਸੀ? ਜਿਵੇਂ 1 ਲੱਖ ਥੋੜਾ ਬਹੁਤ ਜੋ ਪਤਾ ਲੱਗਿਆ ਹੈ, ਜਿਵੇਂ ਜੇ 10,000 ਦਾ ਪੈਸੇ ਦੇ ਕੇ 30,000 ਦੇ ਜਾਲੀ ਦੇ ਰਹੇ, ਇੰਨਾ ਮਾਰਜਨ ਹਲੇ ਸਾਹਮਣੇ ਹੈ। ਬਹੁਤ ਜ਼ਿਆਦਾ ਕੀਤਾ ਨਹੀਂ ਸੀ, ਪਹਿਲਾਂ ਇਹਨਾਂ ਨੂੰ ਪ੍ਰੀ ਐਮਪਟ ਕਰ ਦਿੱਤਾ ਗਿਆ।